ਬਜ-ਬਜ ਘਾਟ ਦੇ ਸ਼ਹੀਦ। ਕਾਮਾਗਾਟਾ ਮਾਰੂ ਜਹਾਜ਼ ਦੀ ਬਜ-ਬਜ ਘਾਟ ਤੇ ਵਾਪਰੀ ਦੁਖਾਂਤ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੇ ਕਿਵੇਂ ਅੰਗਰੇਜ਼ ਸਰਕਾਰ ਤੇ ਇਸ ਦੇ ਪਿੱਠੂਆਂ ਵਿਰੁੱਧ ਘੋਲ ਕੀਤਾ ਤੇ ਕੁਰਬਾਨੀਆਂ ਦਿੱਤੀਆਂ। ਸਿੱਖਾਂ ਨੇ ਇਸ ਸਬੰਧ ਵਿੱਚ ਬਹੁਮੁੱਲੀਆਂ ਕੁਰਬਾਨੀਆਂ ਦੇ ਕੇ ਆਪਣੀ ਅਦੁੱਤੀ ਸੂਰਬੀਰਤਾ ਦਾ ਸਬੂਤ ਦਿੱਤਾ। ਇੱਥੋਂ ਦੇ ਸ਼ਹੀਦੀ ਖੂਨ ਦੀ ਧਾਰਾ ਨੇ ਸਾਰੇ ਭਾਰਤ ਦੇ ਖੂਨ ਨੂੰ ਗਰਮਾਉਣ ਦਾ ਕੰਮ ਕੀਤਾ। 20ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬੀ ਕਿਸਾਨਾਂ ਦੀ ਹਾਲਤ ਬਹੁਤ ਭੈੜੀ ਹੋ ਗਈ। ਅੰਗਰੇਜ਼ਾਂ ਦੇ ਨਵੇਂ-ਨਵੇਂ ਕਾਨੂੰਨਾਂ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ, ਜਿਸ ਕਰਕੇ 1905 ਈਸਵੀ ਵਿੱਚ ਲੋਕ ਚੀਨ, ਕੈਨੇਡਾ, ਮਲਾਇਆ ਤੇ ਅਮਰੀਕਾ ਆਦਿ ਵੱਲ ਜਾਣੇ ਸ਼ੁਰੂ ਹੋ ਗਏ। ਕੈਨੇਡਾ ਤੇ ਅਮਰੀਕਾ ਵਿੱਚ ਉਸ ਸਮੇਂ ਨਵੇਂ-ਨਵੇਂ ਕਾਰਖਾਨੇ ਲੱਗ ਰਹੇ ਸਨ। ਜ਼ਮੀਨ ਬੀਜਣ ਯੋਗ ਕੀਤੀ ਜਾ ਰਹੀ ਸੀ ਤੇ ਇਸ ਕੰਮ ਲਈ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨਾਲੋਂ ਵੱਧ ਮਿਹਨਤੀ ਹੋਰ ਕਿਹੜਾ ਹੋ ਸਕਦਾ ਸੀ। ਧੜਾ-ਧੜ ਪੰਜਾਬੀ, ਜਿਨ੍ਹਾਂ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ, ਬਾਹਰਲੇ ਦੇਸ਼ਾਂ ਵਿੱਚ ਪਹੁੰਚਣ ਲੱਗ ਪਏ। ਇਹਨਾਂ ਬਾਹਰ ਜਾ ਕੇ ਉੱਥੋਂ ਦੇ ਅਸਲ ਵਸਨੀਕਾਂ ਨਾਲੋਂ ਬਹੁਤੀ ਮਿਹਨਤ ਕਰਕੇ ਆਪਣਾ ਸਿੱਕਾ ਜਮਾ ਲਿਆ। 1906, 1907 ਤੇ 1908 ਵਿੱਚ ਬਹੁਤ ਸਾਰੇ ਪੰਜਾਬੀ ਕਿਸਾਨ ਕੈਨੇਡਾ ਵੀ ਅੱਪੜ ਗਏ। 1910 ਤੱਕ 10,000 ਹਿੰਦੁਸਤਾਨੀ ਕੈਨੇਡਾ ਤੇ ਅਮਰੀਕਾ ਪਹੁੰਚ ਚੁੱਕੇ ਸਨ ਤੇ ਉਹਨਾਂ ਵਿੱਚੋਂ 90% ਪੰਜਾਬੀ ਸਿੱਖ ਸਨ। ਕੈਨੇਡਾ ਦੀ ਅੰਗਰੇਜ਼ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਾ ਕਿ ਉੱਥੇ ਜਾ ਕੇ ਹਿੰਦੁਸਤਾਨੀ ਸੁੱਖ ਦੀ ਰੋਟੀ ਖਾਣ ਜੋਗੇ ਹੋ ਜਾਣ। ਇਸ ਲਈ ਬਰਤਾਨਵੀ ਸਾਮਰਾਜ ਦੀ ਬਸਤੀ ਕੈਨੇਡਾ ਸਰਕਾਰ ਨੇ ਹਿੰਦੀਆਂ ਤੇ ਪਾਬੰਦੀਆਂ ਲਾ ਦਿੱਤੀਆਂ ਤੇ ਹਿੰਦੁਸਤਾਨੀਆਂ ਨੂੰ ਬੜੇ ਕੋਝੇ ਢੰਗ ਨਾਲ ਕੈਨੇਡਾ ਤੋਂ ਬਾਹਰ ਕੱਢਣ ਤੇ ਕੁਚਲਣ ਦੇ ਯਤਨ ਆਰੰਭ ਦਿੱਤੇ। ਕੈਨੇਡਾ ਦਾ ਰਕਬਾ ਭਾਰਤ ਤੋਂ ਦੁਣਾ ਹੈ, ਪਰ ਵਸੋਂ ਭਾਰਤ ਤੋਂ 20ਵਾਂ ਹਿੱਸਾ ਵੀ ਨਹੀਂ। ਜਦੋਂ ਭਾਰਤ ਦੀ ਵਸੋਂ 21 ਕਰੋੜ ਸੀ, ਉਸ ਸਮੇਂ ਕੈਨੇਡਾ ਦੀ ਵਸੋਂ ਮੁਸ਼ਕਲ ਨਾਲ 1 ਕਰੋੜ ਸੀ। ਪਾਬੰਦੀਆਂ ਲੱਗਣ ਤੱਕ ਪੰਜਾਬੀਆਂ ਨੇ ਉੱਥੇ ਬਹੁਤ ਵੱਡੀਆਂ ਜਾਇਦਾਦਾਂ ਵੀ ਬਣਾ ਲਈਆਂ ਸਨ ਤੇ ਵੈਨਕੂਵਰ ਵਿੱਚ ਉਸ ਸਮੇਂ 70,000 ਰੁਪਏ ਦੇ ਖਰਚ ਨਾਲ ਸਿੱਖਾਂ ਨੇ ਇੱਕ ਸ਼ਾਨਦਾਰ ਗੁਰਦੁਆਰਾ ਵੀ ਤਿਆਰ ਕਰ ਲਿਆ ਸੀ। 1914 ਤੱਕ ਪੰਜਾਬੀਆਂ ਨੇ ਕੈਨੇਡਾ ਵਿੱਚ 2 ਕਰੋੜ 15 ਲੱਖ ਰੁਪਏ ਦੀ ਜਾਇਦਾਦ ਬਣਾ ਲਈ ਸੀ। ਕੈਨੇਡਾ ਦੀ ਗੋਰਾ ਸਰਕਾਰ ਨੇ ਪਹਿਲਾਂ ਯਤਨ ਕੀਤਾ ਕਿ ਸਾਰੇ ਹਿੰਦੁਸਤਾਨੀ ਨਿਕਲ ਕੇ ਹੰਡੋਰਾਸ ਦੇ ਗੰਦੇ ਟਾਪੂ ਵਿੱਚ ਚਲੇ ਜਾਣ, ਪਰ ਹਿੰਦੁਸਤਾਨੀਆਂ ਨੇ ਇਹ ਸਾਜ਼ਿਸ਼ ਸਿਰੇ ਨਾ ਚੜ੍ਹਨ ਦਿੱਤੀ। ਫਿਰ 1910 ਵਿੱਚ ਕਾਲਾ ਕਾਨੂੰਨ ਪਾਸ ਕਰਕੇ ਹਿੰਦੁਸਤਾਨੀਆਂ ਲਈ ਕੈਨੇਡਾ ਦੇ ਦਰਵਾਜ਼ੇ ਬਿਲਕੁਲ ਹੀ ਬੰਦ ਕਰ ਦਿੱਤੇ। ਇੱਕ ਸ਼ਰਤ ਲਾ ਦਿੱਤੀ ਗਈ ਕਿ ਉਹੀ ਲੋਕ ਕੈਨੇਡਾ ਆ ਸਕਣਗੇ ਜੋ ਆਪਣੇ ਦੇਸ਼ ਦੀ ਕਿਸੇ ਬੰਦਰਗਾਹ ਤੋਂ ਚੱਲੇ ਹੋਏ ਸਿੱਧੇ ਜਹਾਜ਼ ਵਿੱਚ ਬੈਠ ਕੇ ਕੈਨੇਡਾ ਆਉਣਗੇ। ਉਹਨਾਂ ਕੋਲ 800 ਰੁਪਏ ਨਕਦ ਵੀ ਹਰ ਕਿਸੇ ਪਾਸ ਹੋਣੇ ਜ਼ਰੂਰੀ ਹਨ। ਇਸ ਵਿਰੁੱਧ ਕੈਨੇਡਾ, ਇੰਗਲੈਂਡ ਤੇ ਭਾਰਤ ਵਿੱਚ ਜੱਦੋ-ਜਹਿਦ ਹੋਈ। ਸਰਕਾਰ ਅੰਗਰੇਜ਼ੀ ਤੇ ਬਾਦਸ਼ਾਹ ਤੱਕ ਪਹੁੰਚ ਕੀਤੀ ਗਈ, ਪਰ ਕੋਈ ਸੁਣਵਾਈ ਨਾ ਹੋਈ। 24 ਜਨਵਰੀ 1913 ਨੂੰ ਕੈਨੇਡਾ ਦੀ ਹਾਈ ਕੋਰਟ ਨੇ ਪਾਬੰਦੀਆਂ ਵਾਲਾ ਕਾਨੂੰਨ ਰੱਦ ਕਰ ਦਿੱਤਾ। ਜਦ ਇਹ ਖਬਰ ਪੰਜਾਬ ਦੀਆਂ ਅਖਬਾਰਾਂ ਵਿੱਚ ਛਪੀ ਤਾਂ ਬਹੁਤ ਸਾਰੇ ਲੋਕਾਂ ਨੇ ਕਲਕੱਤਾ, ਸਿੰਗਾਪੁਰ ਤੇ ਹਾਂਗਕਾਂਗ ਦੀਆਂ ਬੰਦਰਗਾਹਾਂ ਵੱਲ ਵਹੀਰਾਂ ਪਾ ਦਿੱਤੀਆਂ। ਕੈਨੇਡਾ ਸਰਕਾਰ ਦਾ ਅਦਾਲਤੀ ਫੈਸਲੇ ਦੇ ਬਾਵਜੂਦ ਵਤੀਰਾ ਨਾ ਬਦਲਿਆ, ਜਿਸ ਕਰਕੇ ਕੋਈ ਜਹਾਜ਼ੀ ਕੰਪਨੀ ਇਹ ਜ਼ਿੰਮੇਵਾਰੀ ਲੈ ਕੇ ਮੁਸਾਫਰ ਨਹੀਂ ਸੀ ਲਿਆਂਦੀ ਕਿ ਉਹ ਕੈਨੇਡਾ ਉਤਾਰ ਦੇਵੇਗੀ। ਪਿੱਛੇ ਜ਼ਮੀਨਾਂ ਤੇ ਹੋਰ ਜਾਇਦਾਦ ਵੇਚ ਕੇ ਗਏ ਲੋਕੀ ਬੰਦਰਗਾਹ ਤੇ ਰੁਲ ਰਹੇ ਸਨ। ਨਾ ਅੱਗੇ ਲਈ ਟਿਕਟ ਮਿਲਦਾ ਸੀ ਤੇ ਨਾ ਪਿੱਛੇ ਮੁੜਨ ਜੋਗੇ ਹੀ ਸਨ। ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਗੁਰਦਿੱਤ ਸਿੰਘ ਜੀ ਮਲਾਇਆ ਵਿੱਚ ਉਸ ਸਮੇਂ ਠੇਕੇਦਾਰੀ ਕਰਦੇ ਸਨ। ਉਹਨਾਂ ਦਿਨਾਂ ਵਿੱਚ ਹਜ਼ਾਰਾਂ ਪੰਜਾਬੀ, ਜਿਨ੍ਹਾਂ ਵਿੱਚ ਸਿੱਖਾਂ ਦੀ ਬਹੁ ਗਿਣਤੀ ਸੀ, ਕਈ ਬੰਦਰਗਾਹਾਂ ਤੇ ਦੁਖੀ ਫਿਰ ਰਹੇ ਸਨ। ਬਾਬਾ ਗੁਰਦਿੱਤ ਸਿੰਘ ਜੀ ਦੇ ਦਿਮਾਗ ਨੇ ਸੋਚਿਆ ਕਿ ਬਾਹਰਲੀਆਂ ਕੰਪਨੀਆਂ ਲੈ ਜਾਂਦੀਆਂ ਨਹੀਂ, ਇਸ ਲਈ ਕਿਉਂ ਨਾ ਹਿੰਦੁਸਤਾਨੀਆਂ ਦੀ ਵੱਖਰੀ ਜਹਾਜ਼ੀ ਕੰਪਨੀ ਤਿਆਰ ਕਰ ਲਈ ਜਾਏ। ਇਸ ਨਾਲ ਦੁਖੀ ਲੋਕ ਟਿਕਾਣੇ ਅੱਪੜ ਸਕਦੇ ਹਨ। ਆਪ ਹਾਂਗਕਾਂਗ ਗਏ ਤੇ ਉੱਥੇ ਨਵੰਬਰ 1913 ਵਿੱਚ ਇੱਕ ਵੱਡਾ ਦੀਵਾਨ ਕਰਕੇ
ਆਪਣੀ ਤਜਵੀਜ਼ ਸਭ ਅੱਗੇ ਰੱਖੀ ਕਿ ਅਸੀਂ ਆਪਣੀ ਜਹਾਜ਼ੀ ਕੰਪਨੀ ਬਣਾ ਕੇ ਸਿੱਧਾ ਜਹਾਜ਼ ਕਲਕੱਤੇ ਤੋਂ ਕੈਨੇਡਾ ਲੈ ਜਾ ਸਕਾਂਗੇ। ਸਭ ਨੇ ਇਸ ਤਜਵੀਜ਼ ਨੂੰ ਪਸੰਦ ਕੀਤਾ ਤੇ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਬਣਾ ਲਈ। 24 ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਵਿੱਚ ਇਸ ਕੰਪਨੀ ਨੇ ਕਾਮਾਗਾਟਾ ਮਾਰੂ ਨਾਮ ਦਾ ਇੱਕ ਜਾਪਾਨੀ ਜਹਾਜ਼ ਕਿਰਾਏ ਤੇ ਲੈ ਲਿਆ ਤੇ ਹਾਂਗਕਾਂਗ ਸਰਕਾਰ ਦੇ ਕਾਨੂੰਨ ਅਨੁਸਾਰ ਸਭ ਲਿਖਤ ਪੜ੍ਹਤ ਤਿਆਰ ਕਰ ਲਈ ਗਈ। ਇਸ ਕਾਮਾਗਾਟਾ ਮਾਰੂ ਜਾਪਾਨੀ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। ਜਦੋਂ ਬਾਬਾ ਗੁਰਦਿੱਤ ਸਿੰਘ ਜੀ ਨੇ ਉਦਮ ਨਾਲ ਇੱਕ ਜਹਾਜ਼ੀ ਕੰਪਨੀ ਬਣਾ ਲਈ ਤੇ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਤੇ ਲੈ ਕੇ ਉਹਦਾ ਨਾਮ ਗੁਰੂ ਨਾਨਕ ਜਹਾਜ਼ ਰੱਖ ਲਿਆ ਗਿਆ ਤਾਂ 500 ਤੋਂ ਉੱਪਰ ਮੁਸਾਫਰ ਹਾਂਗਕਾਂਗ ਤੋਂ ਹੀ ਮਿਲ ਗਏ। ਹਾਂਗਕਾਂਗ ਵਿੱਚ ਉਹਨਾਂ ਦਿਨਾਂ ਵਿੱਚ ਅੰਗਰੇਜ਼ ਸਰਕਾਰ ਸੀ ਤੇ ਉਹਨਾਂ ਨੂੰ ਇਹ ਨਹੀਂ ਸੀ ਪਸੰਦ ਕਿ ਭਾਰਤੀ ਕੈਨੇਡਾ ਜਾ ਕੇ ਰੋਜੀ ਕਮਾਉਣ ਤੇ ਸੁੱਖ ਦਾ ਸਾਹ ਲੈਣ। ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਯਤਨ ਕੀਤਾ, ਪਰ ਸਭ ਕੁਝ ਸਰਕਾਰੀ ਨਿਯਮਾਂ ਅਨੁਸਾਰ ਸੀ, ਇਸ ਲਈ ਕੁਝ ਨਾ ਕਰ ਸਕੇ। ਅਖੀਰ ਬਾਬਾ ਗੁਰਦਿੱਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਹਾਜ਼ ਕੰਪਨੀ ਦੇ ਦਫ਼ਤਰ ਤੇ ਕਬਜ਼ਾ ਕਰ ਲਿਆ। ਦੂਜੇ ਦਿਨ ਭਾਵੇਂ ਉਹਨਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ, ਪਰ ਮੁਸਾਫਰਾਂ ਵਿੱਚ ਘਬਰਾਹਟ ਪੈਦਾ ਹੋ ਗਈ ਤੇ ਉਹ ਖਿੰਡ ਪੁੰਡ ਗਏ। ਕੇਵਲ 135 ਮੁਸਾਫਰ ਰਹਿ ਗਏ। ਕਾਫੀ ਜਹਿਦ ਪਿੱਛੋਂ ਜਹਾਜ਼ ਨੂੰ ਕੈਨੇਡਾ ਲਈ ਹਾਂਗਕਾਂਗ ਤੋਂ ਤੁਰਨ ਦੀ ਆਗਿਆ ਮਿਲ ਗਈ ਤੇ ਜਹਾਜ਼ ਤੁਰ ਪਿਆ। ਰਾਹ ਵਿੱਚ ਸ਼ੰਘਾਈ ਤੇ ਕੋਬੇ ਦੀਆਂ ਬੰਦਰਗਾਹਾਂ ਤੋਂ ਹੋਰ ਮੁਸਾਫਰ ਚੜ੍ਹ ਪਏ ਤੇ ਕੁੱਲ ਗਿਣਤੀ 360 ਹੋ ਗਈ। 1.5 ਮਹੀਨਾ ਸਫ਼ਰ ਕਰਦਾ ਗੁਰੂ ਨਾਨਕ ਜਹਾਜ਼ ਕੈਨੇਡਾ ਦੀ ਬੰਦਰਗਾਹ ਵਿਕਟੋਰੀਆ ਦੀ ਗੋਦੀ ਵਿੱਚ ਪਹੁੰਚ ਗਿਆ। ਕੈਨੇਡਾ ਸਰਕਾਰ ਹਰ ਯੋਗ ਤੇ ਅਯੋਗ ਢੰਗ ਨਾਲ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ਤੇ ਪੈਰ ਧਰਨ ਤੋਂ ਰੋਕਣ ਲਈ ਡਟੀ ਹੋਈ ਸੀ। ਜਹਾਜ਼ ਵਿੱਚ ਲੋਕਾਂ ਦਾ ਡਾਕਟਰੀ ਮੁਆਇਨਾ ਹੋ ਗਿਆ ਤੇ ਸਰਟੀਫਿਕੇਟ ਮਿਲ ਗਿਆ। ਇੱਥੋਂ ਤੁਰ ਕੇ ਜਹਾਜ਼ 22 ਮਈ 1914 ਈਸਵੀ ਨੂੰ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚ ਗਿਆ। ਹੁਣ ਕਾਨੂੰਨੀ ਤੌਰ ਤੇ ਜਹਾਜ਼ ਨੂੰ ਅੰਦਰ ਲੰਘਣ ਤੇ ਮੁਸਾਫਰਾਂ ਦੇ ਉਤਰਨ ਤੇ ਕੋਈ ਪਾਬੰਦੀ ਨਹੀਂ ਸੀ, ਪਰ ਕੈਨੇਡਾ ਦੀ ਅੰਗਰੇਜ਼ ਸਰਕਾਰ ਨੇ ਸਾਰੇ ਕਾਨੂੰਨਾਂ ਨੂੰ ਸਿੱਕੇ ਤੇ ਟੰਗ ਕੇ ਕੋਈ ਕਾਰਨ ਦੱਸੇ ਤੋਂ ਬਿਨਾਂ ਹੀ ਜਹਾਜ਼ ਨੂੰ ਗੋਦੀ ਤੋਂ ਬਾਹਰ ਕੈਦੀ ਬਣਾ ਲਿਆ। ਜਹਾਜ਼ ਦੁਆਲੇ ਕਰੜਾ ਪਹਿਰਾ ਲਾ ਦਿੱਤਾ ਗਿਆ ਤਾਂ ਕਿ ਕੋਈ ਉਤਰੇ ਤੇ ਨਾ ਹੀ ਵੈਨਕੂਵਰ ਵਿੱਚ ਰਹਿੰਦਾ ਕੋਈ ਭਾਰਤੀ ਜਹਾਜ਼ ਤੇ ਜਾ ਕੇ ਕਿਸੇ ਦੇਸ਼ ਵਾਸੀ ਨੂੰ ਮਿਲ ਸਕੇ। 1.5 ਮਹੀਨੇ ਦੇ ਸਫ਼ਰ ਪਿੱਛੋਂ ਵੀ ਮੁਸਾਫਰਾਂ ਨੂੰ ਜਹਾਜ਼ ਤੋਂ ਨਾ ਉਤਰਨ ਦਿੱਤਾ ਗਿਆ। ਇਸ ਤਰ੍ਹਾਂ ਕੈਦੀ ਬਣੇ ਰਹਿਣਾ ਅਤ ਕਠਿਨ ਸੀ। ਮੁਸਾਫਰਾਂ ਪਾਸ ਰਸਦ ਪਾਣੀ ਵੀ ਮੁੱਕਣ ਲੱਗਾ। ਅਖੀਰ ਇੱਕ ਦਿਨ ਕੈਨੇਡਾ ਸਰਕਾਰ ਦੇ ਇੱਕ ਅਫਸਰ ਨੇ ਸਾਫ਼ ਕਹਿ ਦਿੱਤਾ ਕਿ ਕੈਨੇਡਾ ਸਰਕਾਰ ਤੁਹਾਨੂੰ ਉਤਰਨ ਨਹੀਂ ਦੇਵੇਗੀ, ਭਾਵੇਂ ਤੁਸੀਂ ਕਿਤਨੀਆਂ ਵੀ ਕਾਨੂੰਨੀ ਗੱਲਾਂ ਕਰ ਲਓ। ਜਹਾਜ਼ ਦੇ ਕਿਰਾਏ ਦੀ ਦੂਜੀ ਕਿਸ਼ਤ $22,000 ਤਾਰਨੀ ਸੀ। ਜਹਾਜ਼ ਰੁਕਿਆ ਖੜਾ ਸੀ, ਨਾ ਕੋਈ ਉਤਰ ਸਕਦਾ ਸੀ ਤੇ ਨਾ ਹੀ ਚੜ੍ਹ ਸਕਦਾ ਸੀ, ਇਸ ਲਈ ਮੁਸ਼ਕਲ ਬਣ ਗਈ। ਆਖਰ ਕੈਨੇਡਾ ਨਿਵਾਸੀ ਭਾਰਤੀਆਂ ਨੇ ਸਾਰੇ ਖਰਚ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਹਨਾਂ ਜਹਾਜ਼ ਦੇ ਠੇਕੇ ਦੇ ਸਾਰੇ ਹੱਕ ਖਰੀਦ ਲਏ। ਜਹਾਜ਼ ਦਾ ਚਾਰਟਰ ਬਾਬਾ ਗੁਰਦਿੱਤ ਸਿੰਘ ਜੀ ਦੇ ਨਾਮ ਤੋਂ ਬਦਲ ਕੇ ਭਾਈ ਭਾਗ ਸਿੰਘ ਤੇ ਮਿਸਟਰ ਰਹੀਮ ਦੇ ਨਾਮ ਕਰਵਾ ਦਿੱਤਾ ਗਿਆ। ਕੈਨੇਡਾ ਸਰਕਾਰ ਦੇ ਇਸ਼ਾਰੇ ਤੇ ਜਹਾਜ਼ੀ ਕੰਪਨੀ ਦੇ ਏਜੰਟ ਨੇ ਕਿਸ਼ਤ ਲੈਣ ਤੋਂ ਇਨਕਾਰ ਕਰ ਦਿੱਤਾ। ਅਖੀਰ ਮੁਕੱਦਮਾ ਅਦਾਲਤ ਵਿੱਚ ਗਿਆ ਤਾਂ ਜਾ ਕੇ ਕਿਸ਼ਤ ਤਾਰਨ ਦੀ ਆਗਿਆ ਮਿਲੀ। ਕੈਨੇਡਾ ਸਰਕਾਰ ਨੇ ਜਹਾਜ਼ ਦੇ ਮੁਸਾਫਰਾਂ ਨੂੰ ਫਿਰ ਵੀ ਨਾ ਉਤਰਨ ਦਿੱਤਾ। ਨਵੇਂ ਠੇਕੇਦਾਰਾਂ $22,000 ਰਕਮ ਉਤਾਰ ਦਿੱਤੀ, ਪਰ ਉਹਨਾਂ ਨੂੰ ਜਹਾਜ਼ ਦਾ ਕਬਜ਼ਾ ਫਿਰ ਵੀ ਨਾ ਮਿਲਿਆ। ਨਵੇਂ ਠੇਕੇਦਾਰਾਂ ਦੀ ਪ੍ਰਵਾਨਗੀ ਤੇ ਇਤਲਾਹ ਬਿਨਾਂ ਹੀ ਕੈਨੇਡਾ ਦੀ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਹਾਜ਼ ਨੂੰ ਵਾਪਸ ਹਾਂਗਕਾਂਗ ਭੇਜ ਦਿੱਤਾ ਜਾਏ। ਬਾਬਾ ਗੁਰਦਿੱਤ ਸਿੰਘ ਤੇ ਜਹਾਜ਼ ਦੇ ਨਵੇਂ ਠੇਕੇਦਾਰਾਂ ਨੇ ਦਰਖਾਸਤ ਕੀਤੀ ਕਿ ਉਹ ਪ੍ਰੀਵੀ ਕੌਂਸਲ ਵਿੱਚ ਅਪੀਲ ਕਰਨਾ ਚਾਹੁੰਦੇ ਹਨ। ਅਪੀਲ ਦੇ ਫੈਸਲੇ ਤੱਕ ਮੁਸਾਫਰਾਂ ਨੂੰ ਜ਼ਮਾਨਤ ਤੇ ਉਤਰਨ ਦੀ ਆਗਿਆ ਦਿੱਤੀ ਜਾਏ। ਜਿੰਨੀ ਜ਼ਮਾਨਤ ਮੰਗੋ ਉਹ ਦੇਣ ਲਈ ਤਿਆਰ ਹਨ। ਜੇ ਜਹਾਜ਼ ਨੂੰ ਹਰ ਕੀਮਤ ਤੇ ਵਾਪਸ ਭੇਜਣਾ ਹੀ ਹੈ ਤਾਂ ਮੁਸਾਫਰਾਂ ਨੂੰ ਰਸਦ ਪਾਣੀ ਤੇ ਸਫ਼ਰ ਖਰਚ ਦਿੱਤਾ ਜਾਏ, ਪਰ ਕਿਸੇ ਗੱਲ ਦੀ ਸੁਣਵਾਈ ਨਾ ਹੋਈ। ਮੁਸਾਫਰਾਂ ਦਾ ਬੁਰਾ ਹਾਲ ਹੋ ਗਿਆ।
ਅਤਿ ਨਿਰਦਈ ਤੇ ਅਣਮਨੁੱਖੀ ਵਰਤਾਓ ਕਾਰਨ ਲੋਕ ਦੁਖੀ ਹੋ ਗਏ। 7 ਦਿਨ ਮੁਸਾਫਰਾਂ ਨੂੰ ਖਾਣ ਲਈ ਕੁਝ ਨਾ ਮਿਲਿਆ, ਜਿਸ ਕਾਰਨ ਕਈਆਂ ਨੂੰ ਗਸ਼ੀਆਂ ਪੈਣੀਆਂ ਸ਼ੁਰੂ ਹੋ ਗਈਆਂ। ਅਖੀਰ ਮੁਸਾਫਰਾਂ ਨੇ ਜਹਾਜ਼ ਦੇ ਅਮਲੇ ਦੀਆਂ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ। ਉਹ ਬਹੁਤ ਔਖੇ ਹੋਏ ਤੇ ਉਹਨਾਂ ਵੈਨਕੂਵਰ ਵਿੱਚ ਜਾਪਾਨੀ ਕੌਂਸਲ ਨੂੰ ਸ਼ਿਕਾਇਤ ਕੀਤੀ। ਗੁਰੂ ਨਾਨਕ ਜਹਾਜ਼ ਦੇ ਕਪਤਾਨ ਤੇ ਜਾਪਾਨੀ ਮਲਾਹਾਂ ਦੀ ਰਿਪੋਰਟ ਤੇ ਜਾਪਾਨੀ ਕੌਂਸਲ ਨੇ ਉਸੇ ਵੇਲੇ ਸ਼ਾਂਤ ਮਹਾਸਾਗਰ ਤੋਂ ਇੱਕ ਜਾਪਾਨੀ ਜੰਗੀ ਜਹਾਜ਼ ਬੁਲਾ ਲਿਆ। ਉਸ ਜੰਗੀ ਜਹਾਜ਼ ਨੇ ਆ ਕੇ ਗੁਰੂ ਨਾਨਕ ਜਹਾਜ਼ ਨੂੰ ਘੇਰ ਲਿਆ। ਅਖਬਾਰਾਂ ਵਿੱਚ ਇਸ ਘਟਨਾ ਨਾਲ ਰੌਲਾ ਪੈ ਗਿਆ। ਕੈਨੇਡਾ ਸਰਕਾਰ ਨੇ 1 ਹਫ਼ਤੇ ਲਈ ਰਾਸ਼ਨ ਪਾਣੀ ਜਹਾਜ਼ 'ਤੇ ਭੇਜਿਆ। ਫਿਰ 15 ਦਿਨ ਕਿਸੇ ਨੇ ਕੁਝ ਨਾ ਜਾਣ ਦਿੱਤਾ। ਅਖੀਰ ਕੈਨੇਡਾ ਸਰਕਾਰ ਨੇ ਇੱਕ ਅਗਨ ਬੋਟ, ਜਿਸ ਵਿੱਚ 100 ਕੈਨੇਡੀਅਨ ਸਿਪਾਹੀ ਸਨ, ਇਸ ਲਈ ਭੇਜ ਦਿੱਤਾ ਤਾਂ ਕਿ ਗੁਰੂ ਨਾਨਕ ਜਹਾਜ਼ ਨੂੰ ਜ਼ਬਰਦਸਤੀ ਧਰੂ ਕੇ ਡੂੰਘੇ ਸਮੁੰਦਰ ਵਿੱਚ ਧੱਕ ਆਵੇ। ਇੱਕ ਅੰਗਰੇਜ਼ ਨੇ ਆਪਣੀ ਅਗਨ ਬੋਟ ਦਾ ਰੱਸਾ ਕਾਮਾਗਾਟਾ ਮਾਰੂ ਜਹਾਜ਼ ਨਾਲ ਬੰਨ੍ਹਣ ਦਾ ਯਤਨ ਕੀਤਾ, ਪਰ ਹਿੰਦੁਸਤਾਨੀਆਂ ਨੇ ਰੋਕ ਦਿੱਤਾ। ਕੈਨੇਡੀਅਨ ਸਿਪਾਹੀਆਂ ਨੇ ਗੋਲੀ ਚਲਾ ਦਿੱਤੀ। ਉੱਤੋਂ ਮੁਸਾਫਰਾਂ ਨੇ ਕੋਲਿਆਂ ਦਾ ਮੀਂਹ ਵਸਾਉਣਾ ਸ਼ੁਰੂ ਕਰ ਦਿੱਤਾ। ਕਈ ਸਿਪਾਹੀ ਜ਼ਖਮੀ ਹੋ ਗਏ ਤੇ ਅਖੀਰ ਨੱਸ ਗਏ। ਇਸ ਤੋਂ ਪਿੱਛੋਂ 2 ਕੈਨੇਡੀਅਨ ਜੰਗੀ ਜਹਾਜ਼ ਆ ਗਏ ਤੇ ਉਹਨਾਂ ਨੇ ਤੋਪਾਂ ਦੇ ਮੂੰਹ ਗੁਰੂ ਨਾਨਕ ਜਹਾਜ਼ ਵੱਲ ਕਰ ਦਿੱਤੇ। ਨਾਲ ਹੀ 30,000 ਕੈਨੇਡੀਅਨ ਫੌਜ ਸਮੁੰਦਰੀ ਕੰਢੇ 'ਤੇ ਖੜੀ ਕਰ ਦਿੱਤੀ। ਹਜ਼ਾਰਾਂ ਲੋਕੀ ਸਮੁੰਦਰ ਦੇ ਕੰਢੇ ਕਾਮਾਗਾਟਾ ਮਾਰੂ ਜਹਾਜ਼ ਦੀ ਤਬਾਹੀ ਦੇਖਣ ਲਈ ਆ ਜੁੜੇ। ਜਹਾਜ਼ ਦੇ ਮੁਸਾਫਰਾਂ ਨੇ ਫੈਸਲਾ ਕੀਤਾ ਕਿ ਜਦੋਂ ਕੈਨੇਡੀਅਨ ਗੋਰੇ ਗੁਰੂ ਨਾਨਕ ਜਹਾਜ਼ ਵਿੱਚ ਚੜ੍ਹਨ ਤਾਂ ਪਹਿਲਾਂ ਉਹਨਾਂ ਨਾਲ ਸੋਟਿਆਂ ਕੋਲਿਆਂ ਨਾਲ ਟਾਕਰਾ ਕੀਤਾ ਜਾਏ। ਲਾਲ ਮਿਰਚਾਂ ਪੀ ਕੇ ਉਹਨਾਂ 'ਤੇ ਸੁੱਟੀਆਂ ਜਾਣ, ਫਿਰ ਕੋਲਿਆਂ 'ਤੇ ਤੇਲ ਪਾ ਕੇ ਜਹਾਜ਼ ਨੂੰ ਅੱਗ ਲਾ ਦਿੱਤੀ ਜਾਏ ਤੇ ਗੋਰਿਆਂ ਸਮੇਤ ਇੱਥੇ ਹੀ ਮਰ ਜਾਈਏ। ਕੈਨੇਡਾ ਦੇ ਜੰਗੀ ਜਹਾਜ਼ ਤੋਂ ਇੱਕ ਫੌਜੀ ਅਫਸਰ ਨੇ ਹੁਕਮ ਦਿੱਤਾ ਕਿ ਜਹਾਜ਼ ਨੂੰ ਲੈ ਜਾਓ, ਨਹੀਂ ਤਾਂ ਤੋਪਾਂ ਨਾਲ ਉਡਾ ਦਿਆਂਗੇ। ਇਹਨਾਂ ਮੁਸਾਫਰਾਂ ਨੇ ਉੱਤਰ ਦਿੱਤਾ, ਜਦ ਤੱਕ ਰਸਦ ਪਾਣੀ ਤੇ ਰਾਹ ਦਾ ਖਰਚ ਨਹੀਂ ਮਿਲਦਾ, ਉਸ ਸਮੇਂ ਤੱਕ ਉਹ ਨਹੀਂ ਜਾ ਸਕਦੇ। ਉੱਧਰ ਵੈਨਕੂਵਰ ਦੇ ਵਾਸੀ ਹਿੰਦੁਸਤਾਨੀਆਂ ਦੇ ਸਾਰੇ ਯਤਨ ਫੇਲ ਹੋ ਗਏ ਤੇ ਉਹ ਜਹਾਜ਼ ਤੋਂ ਆਪਣੇ ਦੇਸ਼ ਵਾਸੀਆਂ ਨੂੰ ਨਾ ਉਤਾਰ ਸਕੇ। ਉਹਨਾਂ ਨੇ ਇੱਕ ਗੁਪਤ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਜੇ ਸਰਕਾਰ ਗੁਰੂ ਨਾਨਕ ਜਹਾਜ਼ ਨੂੰ ਤਬਾਹ ਕਰ ਦੇਵੇ ਤਾਂ ਉਹਦਾ ਬਦਲਾ ਲਿਆ ਜਾਏ ਤੇ ਵੈਨਕੂਵਰ ਸ਼ਹਿਰ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਏ। ਇਹਦੀ ਸੂਚਨਾ ਕੈਨੇਡਾ ਸਰਕਾਰ ਨੂੰ ਵੀ ਮਿਲ ਗਈ ਤੇ ਉਸਨੇ ਆਪਣਾ ਵਤੀਰਾ ਕੁਝ ਨਰਮ ਕਰ ਲਿਆ। ਉਸਨੇ ਕੈਨੇਡਾ ਦੇ ਵੈਨਕੂਵਰ ਵਾਸੀ ਭਾਰਤੀਆਂ ਦੀ ਇੱਕ ਕਮੇਟੀ ਦੇ ਮੈਂਬਰਾਂ ਨੂੰ ਜਹਾਜ਼ 'ਤੇ ਜਾ ਕੇ ਆਪਣੇ ਦੇਸ਼ ਵਾਸੀਆਂ ਨੂੰ ਮਿਲਣ ਦੀ ਆਗਿਆ ਦੇ ਦਿੱਤੀ। ਉਹ ਰਸਦ ਪਾਣੀ ਲੈ ਕੇ ਆਏ ਤੇ 2 ਮਹੀਨੇ ਤੋਂ ਭੁੱਖੇ ਪਿਆਸੇ ਤੇ ਮੁਸੀਬਤ ਵਿੱਚ ਫਸੇ ਭਰਾਵਾਂ ਨੂੰ ਮਿਲੇ। 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ ਤੋਂ ਵਾਪਸ ਦੇਸ਼ ਲਈ ਚੱਲ ਪਿਆ। 2 ਜੰਗੀ ਜਹਾਜ਼ ਨਾਲ ਆਏ ਤੇ ਕੈਨੇਡਾ ਦੀ ਹੱਦ ਤੱਕ ਛੱਡ ਕੇ ਪਰਤੇ। ਜਹਾਜ਼ ਨੂੰ ਕਲਕੱਤੇ ਦਾ ਰਵਾਨਗੀ ਪੱਤਰ ਮਿਲਿਆ ਸੀ। ਰਾਹ ਵਿੱਚ ਹਾਂਗਕਾਂਗ ਤੇ ਸਿੰਗਾਪੁਰ ਦੀਆਂ ਬੰਦਰਗਾਹਾਂ 'ਤੇ ਮੁਸਾਫਰ ਉਤਰ ਸਕਦੇ ਸਨ, ਪਰ ਉਹਨਾਂ ਦੇ ਜਹਾਜ਼ ਨੂੰ ਕੰਢੇ ਨਾ ਲੱਗਣ ਦਿੱਤਾ ਗਿਆ। ਹਰ ਥਾਂ ਕਰੜਾ ਪਹਿਰਾ ਹੁੰਦਾ ਸੀ। ਮੁਸਾਫਰ ਹੈਰਾਨ ਸਨ ਕਿ ਸਾਨੂੰ ਕਿਧਰੇ ਵੀ ਰੁਕਣ ਕਿਉਂ ਨਹੀਂ ਦਿੱਤਾ ਜਾਂਦਾ। ਅਖੀਰ ਜਹਾਜ਼ ਬੰਗਾਲ ਦੀ ਖਾੜੀ ਵਿੱਚ ਪਹੁੰਚ ਗਿਆ। 6 ਮਹੀਨੇ ਮੁਸਾਫਰਾਂ ਨੂੰ ਜਹਾਜ਼ ਵਿੱਚ ਅਤ ਕਠਿਨਾਈਆਂ ਦੇ ਬਿਤਾਣੇ ਪਏ। ਜਹਾਜ਼ ਹੁਗਲੀ ਦਰਿਆ ਵਿੱਚ ਆ ਗਿਆ। ਇੱਥੇ ਇੱਕ ਅਗਨ ਬੋਟ ਵਿੱਚ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਸੀ ਤੇ ਉਸ ਦੇ ਨਾਲ 20 ਹੋਰ ਪੰਜਾਬੀ ਪੁਲਿਸ ਵਾਲੇ ਸਨ। ਉਹਨਾਂ ਜਹਾਜ਼ ਦੀ ਤਲਾਸ਼ੀ ਲਈ ਤੇ ਕਲਕੱਤੇ ਤੋਂ 17 ਮੀਲ ਹੇਠਾਂ ਬਜਬਜ ਘਾਟ 'ਤੇ ਜਹਾਜ਼ ਦੀ ਚਾਲ ਮੱਧਮ ਕਰਕੇ ਜਹਾਜ਼ ਖੜਾ ਕਰ ਦਿੱਤਾ ਗਿਆ। ਅਫਸਰਾਂ ਨੇ ਦੱਸਿਆ ਕਿ ਸਰਕਾਰ ਦਾ ਹੁਕਮ ਹੈ ਕਿ ਤੁਹਾਨੂੰ ਇੱਥੇ ਲਾਹ ਦਿੱਤਾ ਜਾਏ, ਅੱਗੋਂ ਰੇਲ ਰਾਹੀਂ ਤੁਹਾਨੂੰ ਪੰਜਾਬ ਭੇਜਿਆ ਜਾਏਗਾ। ਬਾਬਾ ਗੁਰਦਿੱਤ ਸਿੰਘ ਜੀ ਨੇ ਕਿਹਾ ਕਿ ਮੈਂ ਵਪਾਰੀ ਹਾਂ, ਕਲਕੱਤੇ ਜਾ ਕੇ ਜਹਾਜ਼ ਖਰੀਦਣਾ ਏ ਤੇ ਮੁਸਾਫਰਾਂ ਦਾ ਲੈਣ ਦੇਣ ਵੀ ਮੁਕਾਉਣਾ ਏ। ਮੁਸਾਫਰ ਵੀ ਪੰਜਾਬ ਨਹੀਂ ਜਾਣਾ ਚਾਹੁੰਦੇ। ਇਹ ਕਲਕੱਤੇ ਜਾ ਕੇ ਕੋਈ ਕੰਮ ਲੱਭਣਗੇ, ਪਰ ਕਿਸੇ ਇੱਕ ਨਾ ਸੁਣੀ ਤੇ ਸਭ ਮੁਸਾਫਰਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਮੁਸਾਫਰਾਂ ਨੇ ਗੱਡੀ ਵਿੱਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਬਾਬਾ ਗੁਰਦਿੱਤ ਸਿੰਘ ਨੇ ਕਿਹਾ ਕਿ ਤੁਹਾਡੇ ਪਾਸ ਵਾਰੰਟ ਹਨ ਤਾਂ ਅਸੀਂ ਪੰਜਾਬ ਜਾਣ ਲਈ ਤਿਆਰ ਹਾਂ, ਨਹੀਂ ਤਾਂ ਅਸੀਂ ਗੱਡੀ 'ਤੇ ਨਹੀਂ ਜਾਂਦੇ।
ਮੁਸਾਫਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਿਰ ਤੇ ਚੁੱਕ ਕੇ ਪੈਦਲ ਹੀ ਕਲਕੱਤੇ ਵੱਲ ਤੁਰ ਪਏ। ਫੈਸਲਾ ਇਹ ਹੋਇਆ ਕਿ ਗੁਰਦੁਆਰੇ ਬੀੜ ਛੱਡ ਕੇ ਸਰਕਾਰ ਨਾਲ ਜਹਾਜ਼ ਬਾਰੇ ਕਾਨੂੰਨੀ ਝਗੜਾ ਕਰਾਂਗੇ। ਇੱਕ ਅਫਸਰ ਪਿਸਤੌਲ ਕੱਢ ਕੇ ਖੜਾ ਹੋ ਗਿਆ, ਪਰ ਮੁਸਾਫਰਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ਤੇ ਤੁਰੇ ਗਏ। ਅੱਗੋਂ ਜੀਪ ਤੇ ਕੁਝ ਗੋਰੇ ਅਫਸਰ ਮਿਲੇ। ਉਹ ਮੁਸਾਫਰਾਂ ਨੂੰ ਇਹ ਕਹਿ ਕੇ ਵਾਪਸ ਲੈ ਆਏ ਕਿ ਬਜ-ਬਜ ਵਾਪਸ ਚੱਲ ਕੇ ਤੁਹਾਡੀ ਸਾਰੀ ਗੱਲ ਸੁਣ ਕੇ ਮਸਲਾ ਹੱਲ ਕੀਤਾ ਜਾਏਗਾ। ਮੁਸਾਫਰ ਵਾਪਸ ਬਜ-ਬਜ ਘਾਟ ਤੇ ਆ ਗਏ। ਰੇਲਵੇ ਸਟੇਸ਼ਨ ਤੇ ਮੁਸਾਫਰ ਬੈਠੇ ਸ਼ਾਮ ਵੇਲੇ ਰਹਿਰਾਸ ਦਾ ਪਾਠ ਕਰ ਰਹੇ ਸਨ। ਇੱਕ ਪੁਲਿਸ ਵਾਲੇ ਨੇ ਆ ਕੇ ਕਿਹਾ ਕਿ ਝਟਪਟ ਜਹਾਜ਼ ਵਿੱਚ ਬੈਠੋ। ਮੁਸਾਫਰਾਂ ਨੂੰ ਸ਼ੱਕ ਪੈ ਗਿਆ ਕਿ ਮਾਮਲਾ ਕੁਝ ਵਿਗੜ ਗਿਆ ਹੈ। ਪਹਿਲਾਂ ਬਾਬਾ ਗੁਰਦਿੱਤ ਸਿੰਘ ਜੀ ਦੇ 7 ਸਾਲ ਦੇ ਬੱਚੇ ਨੂੰ ਧਰੂ ਕੇ ਇੱਕ ਅੰਗਰੇਜ਼ ਲੈ ਗਿਆ। ਫਿਰ ਬਾਬਾ ਜੀ ਨੂੰ ਆਵਾਜ਼ ਦਿੱਤੀ। ਇੱਕ ਸਿਪਾਹੀ ਨੇ ਇੱਕ ਮੁਸਾਫਰ ਨੂੰ ਡਾਂਗ ਮਾਰੀ ਜੋ ਉਸਨੇ ਅੱਗੋਂ ਫੜ ਲਈ। ਇਸ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਝਟਪਟ ਹੀ ਬੇਹਥਿਆਰੇ ਤੇ ਦੁਖੀ ਮੁਸਾਫਰਾਂ ਦੇ ਖੂਨ ਦੀ ਨਦੀ ਵਗਣ ਲੱਗ ਪਈ। 40 ਆਦਮੀ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਬਹੁਤੇ ਸਿੱਖ ਸਨ। ਕੁਝ ਫੱਟੜ ਹੋ ਗਏ ਜੋ ਗ੍ਰਿਫਤਾਰ ਕਰਕੇ ਪੰਜਾਬ ਲੈ ਆਂਦੇ ਗਏ। ਬਾਬਾ ਗੁਰਦਿੱਤ ਸਿੰਘ ਜੰਗਲ ਵੱਲ ਨੱਸ ਗਏ ਤੇ 7 ਸਾਲ ਅਲੋਪ ਰਹੇ। ਅਖੀਰ 1920 ਵਿੱਚ ਪ੍ਰਗਟ ਹੋ ਕੇ ਗ੍ਰਿਫਤਾਰ ਹੋਏ।